ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਦੇਖ ਰਹੇ ਹੋ ਨਿਊਜ਼ 12 ਪੰਜਾਬ। ਮੈਂ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਇਸ ਵੇਲੇ ਜਿਹੜਾ ਮੌਸਮ ਠੰਡਾ ਮੌਸਮ ਹੈ, ਬਾਰਿਸ਼ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ, ਜਿਹੜੀ ਕਿਣਮਿਣ ਹੋ ਰਹੀ ਹੈ ਸਵੇਰ ਤੋਂ। ਤੇ ਜੇ ਸਿਆਸੀ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਮੌਸਮ ਜਿਵੇਂ ਜਿਵੇਂ ਇਲੈਕਸ਼ਨ ਦਾ ਸਮਾਂ ਨੇੜੇ ਆ ਰਿਹਾ ਹੈ, ਵਿਧਾਨ ਸਭਾ ਦੀਆਂ ਚੋਣਾਂ ਦਾ ਟਾਈਮ ਨੇੜੇ ਆ ਰਿਹਾ ਤਾਂ ਸਿਆਸੀ ਮੌਸਮ ਗਰਮਾਉਂਦਾ ਜਾ ਰਿਹਾ। ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ, ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਹੁਣ ਤੱਕ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਅਤੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਹਲੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ। ਪਰ ਜੇ ਦਾਅਵੇਦਾਰਾਂ ਦੀ ਗੱਲ ਕੀਤੀ ਜਾਵੇ, ਇੱਥੋਂ ਸਿਟਿੰਗ MLA ਦਰਸ਼ਨ ਸਿੰਘ ਬਰਾੜ ਤਾਂ ਦਾਅਵੇਦਾਰ ਹੈ ਹੀ ਨੇ। ਉਹਨਾਂ ਦੇ ਨਾਲ ਪਿਛਲੇ ਦਿਨੀ ਸਿਆਸੀ ਧਮਾਕਾ ਹੋਇਆ ਬਾਘਾ ਪੁਰਾਣਾ ਹਲਕਾ ਦੇ ਵਿੱਚ। ਇੱਕ ਵੱਡਾ ਇਕੱਠ ਕਰਕੇ ਭੋਲਾ ਸਿੰਘ ਬਰਾੜ ਸਮਾਧ ਭਾਈ, ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ, ਵੱਡਾ ਨਾਮ ਹੈ ਉਹਨਾਂ ਦਾ, ਉਹਨਾਂ ਨੇ ਇੱਕ ਵੱਡਾ ਇਕੱਠ ਕਰਕੇ ਜਿਹੜੀ ਦਾਅਵੇਦਾਰੀ ਜਤਾਈ ਹੈ, ਉਹਨੇ ਜਿਹੜੀਆਂ ਸਿਆਸੀ ਸਫਾਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਸੋ ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਸਮਾਧ ਭਾਈ ਦੇ ਵਿੱਚ ਅਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਰਦਾਰ ਭੋਲਾ ਸਿੰਘ ਜੀ ਬਰਾੜ, ਬਾਘਾ ਪੁਰਾਣਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਨੇ। ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਦਾਅਵੇਦਾਰੀ ਜਤਾਈ ਹੈ, ਵੱਡਾ ਇਕੱਠ ਕੀਤਾ ਹੈ, ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਘਾ ਪੁਰਾਣਾ ਹਲਕੇ ਦੇ ਵਿੱਚ ਕਾਫੀ ਸਿਆਸੀ ਹਲਚਲ ਹੈ ਜਿਹੜੀ ਹੋਣ ਜਾ ਰਹੀ ਹੈ। ਸੋ ਆਪਾਂ ਗੱਲਬਾਤ ਕਰਦੇ ਹਾਂ ਆਉਣ ਵਾਲੇ ਦਿਨਾਂ ਦੀ ਜਿਹੜੀ ਭਵਿੱਖਬਾਣੀ ਸਿਆਸੀ ਮਾਹਿਰਾਂ ਵੱਲੋਂ ਕੀਤੀ ਜਾ ਰਹੀ ਹੈ, ਉਹਦੇ 'ਤੇ ਕੀ ਵਿਚਾਰ ਨੇ ਸਰਦਾਰ ਭੋਲਾ ਸਿੰਘ ਬਰਾੜ ਜੀ ਹੋਰਾਂ ਦੇ। ਸੋ ਸਵਾਗਤ ਹੈ ਜੀ ਬਰਾੜ ਸਾਹਿਬ ਤੁਹਾਡਾ ਨਿਊਜ਼ 12 ਪੰਜਾਬ 'ਤੇ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਚੱਲ ਕੇ ਨਿਹਾਲ ਸਿੰਘ ਵਾਲੇ ਤੋਂ ਸਾਡੇ ਦਫ਼ਤਰ ਸਮਾਧ ਭਾਈ ਪਹੁੰਚੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਇੱਕ ਸਿਆਸੀ ਧਮਾਕਾ, ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸਿਆਸੀ ਧਮਾਕਾ ਕੀਤਾ ਹਲਕੇ ਦੇ ਵਿੱਚ ਤੁਸੀਂ ਪਿਛਲੇ ਦਿਨੀ ਇੱਕ ਵੱਡਾ ਇਕੱਠ ਕਰਕੇ ਜਿਹੜੀ ਜਿਸ ਢੰਗ ਦੇ ਨਾਲ ਟਿਕਟ ਦੀ ਦਾਅਵੇਦਾਰੀ ਜਤਾਈ ਹੈ, ਉਸ ਦੇ ਨਾਲ ਸਿਆਸੀ ਸਫਾ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ। ਜਿਵੇਂ ਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇੱਥੋਂ ਦਰਸ਼ਨ ਸਿੰਘ ਬਰਾੜ ਨੂੰ ਟਿਕਟ ਮਿਲਣੀ ਤੈਅ ਹੈ, ਜਾਂ ਇੱਥੋਂ ਜਿਵੇਂ ਰੈਲੀ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ, ਪ੍ਰਧਾਨ ਸਾਹਿਬ ਨੇ ਕਾਂਗਰਸ, ਉਹਨਾਂ ਨੇ ਜਿਹੜਾ ਥਾਪੜਾ ਦੇ ਕੇ ਗਏ। ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਤੁਸੀਂ ਦਾਅਵੇਦਾਰੀ ਜਤਾਈ ਹੈ, ਕਿਵੇਂ ਲੱਗਦਾ ਤੁਹਾਨੂੰ ਇਹ ਦਾਅਵੇਦਾਰੀ ਕਿੰਨੇ ਕਾਸਵਾਨ ਤੋਂ ਟਿਕਟ ਮਿਲਣ ਲਈ, ਜਾਂ ਤੁਸੀਂ ਇਹ ਦਾਅਵੇਦਾਰੀ ਕੀ ਸੋਚ ਕੇ ਜਿਹੜੀ ਦਾਅਵੇਦਾਰੀ ਜਤਾਈ ਹੈ? ਢਿੱਲੋਂ ਸਾਹਿਬ, ਜੋ ਸਾਡਾ ਪਰਿਵਾਰ ਆ, ਅਸੀਂ 60 ਸਾਲ ਤੋਂ ਲੈ ਕੇ ਕਾਂਗਰਸ ਪਾਰਟੀ ਦੀਆਂ ਮੂਹਰਲੀਆਂ ਸਭਾ ਵਿੱਚ ਕੰਮ ਕਰਦੇ ਆ ਰਹੇ ਹਾਂ। ਜਦੋਂ ਮਾੜਾ ਸਮਾਂ ਵੀ ਚੱਲਦਾ ਸੀ ਤਾਂ ਅਸੀਂ ਹਮੇਸ਼ਾ ਮੂਹਰਲੀ ਕਤਾਰ ਵਿੱਚ ਕਾਂਗਰਸ ਪਾਰਟੀ ਲਈ ਸੇਵਾ ਕਰਦੇ ਆ ਰਹੇ ਹਾਂ। ਉਸ ਤੋਂ ਬਾਅਦ 30 ਸਾਲ ਤਕਰੀਬਨ 1990 ਤੋਂ ਲੈ ਕੇ ਮੈਂ ਕਾਂਗਰਸ ਪਾਰਟੀ ਦੇ ਵਿੱਚ ਐਕਟਿਵ ਵਰਕਰ ਦੇ ਤੌਰ 'ਤੇ ਹਮੇਸ਼ਾ ਪਾਰਟੀ ਦੀਆਂ ਮੂਹਰਲੀਆਂ ਸਭਾ ਵਿੱਚ ਕੰਮ ਕੀਤਾ ਗਾ। ਜੋ ਪਿਛਲੇ 2007 ਤੋਂ ਲੈ ਕੇ 2017 ਤੱਕ ਪਾਰਟੀ ਦੇ ਵਿੱਚ ਬੜਾ ਮਾੜਾ ਦੌਰ ਚੱਲ ਰਿਹਾ ਸੀਗਾ, ਬਹੁਤ ਸਾਰੇ ਸਾਡੇ ਕਾਂਗਰਸੀ ਭੱਜ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਸਨ। ਅਸੀਂ ਉਦੋਂ ਵੀ ਹਮੇਸ਼ਾ ਕਾਂਗਰਸ ਪਾਰਟੀ ਦੇ ਲਈ, ਕਾਂਗਰਸ ਪਾਰਟੀ ਦੇ ਧਰਨਿਆਂ 'ਤੇ, ਮੁਜ਼ਾਹਰਿਆਂ 'ਤੇ ਔਰ ਕਾਲੀ BJP ਸਰਕਾਰ ਦੇ ਖਿਲਾਫ ਹਮੇਸ਼ਾ ਧਰਨੇ ਮੁਜ਼ਾਹਰੇ ਕੀਤੇ ਔਰ ਵੱਡੀਆਂ ਰੈਲੀਆਂ, ਮੀਟਿੰਗਾਂ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ। ਉਦੋਂ ਵੀ ਅਸੀਂ ਆਪਦਾ ਪੂਰਾ ਕਾਡਰ ਕਾਂਗਰਸ ਦਾ ਸਾਂਭ ਕੇ ਰੱਖਿਆ। ਕਿਸੇ ਵੀ ਤਕਰੀਬਨ ਸਾਡੇ ਸਮਾਧ ਭਾਈ ਜ਼ੋਨ ਦੀ ਜੇ ਗੱਲ ਕਰ ਲਈਏ ਤਾਂ 25-30 ਪਿੰਡਾਂ ਦੇ ਵਿੱਚੋਂ ਇੱਕ ਵੀ ਸਿੰਗਲ ਬੰਦਾ ਅਸੀਂ ਕਿਸੇ ਹੋਰ ਪਾਰਟੀ ਵਿੱਚ ਜਾਣ ਨਹੀਂ ਦਿੱਤਾ ਗਾ। ਜਿੱਥੋਂ ਤੱਕ 2017 ਤੋਂ ਲੈ ਕੇ ਹੁਣ ਤੱਕ ਸਾਡੀ ਕਾਂਗਰਸ ਦੀ ਸਰਕਾਰ ਬਣੀ ਹੋਈ ਆ, ਅਸੀਂ ਇਮਾਨਦਾਰੀ ਔਰ ਵਫਾਦਾਰੀ ਨਾਲ ਪਾਰਟੀ ਦਾ ਕੰਮ ਕੀਤਾ। ਔਰ ਪਿਛਲੇ 4-4.5 ਸਾਲ ਤੋਂ ਲੈ ਕੇ ਸਾਡੇ ਲੀਡਰਾਂ ਨੇ, ਸਾਡੇ MLA ਸਾਹਿਬ ਹੋਰਾਂ ਨੇ, ਜਿਹੜੇ ਸਾਡੇ ਟਕਸਾਲੀ, ਇਮਾਨਦਾਰ ਔਰ ਮਿਹਨਤੀ ਵਰਕਰ ਸੀ, ਉਹਨਾਂ ਨੂੰ ਪਾਸੇ ਖੁੱਡੇ ਲੈ ਲਾਇਆ ਹੋਇਆ ਸੀਗਾ। ਕਿਉਂਕਿ ਲੋਕਾਂ ਵਿੱਚ ਇੱਕ ਰੋਹ ਸੀ, ਗੁੱਸਾ ਸੀ। 4.5 ਸਾਲ ਦੇ ਲੋਕ ਚੁੱਪ ਰਹੇ ਸੀ। ਪਿਛਲੇ ਦਿਨਾਂ ਵਿੱਚ ਕਾਫੀ ਮੀਟਿੰਗਾਂ ਹੋਈਆਂ। ਮੀਟਿੰਗਾਂ ਦੇ ਵਿੱਚ ਸਾਰੇ ਸਾਡੇ ਕਾਂਗਰਸ ਦੇ ਜਿਹੜੇ ਟਕਸਾਲੀ, ਮਿਹਨਤੀ ਔਰ ਇਮਾਨਦਾਰ ਵਰਕਰਾਂ ਨੇ ਇੱਕ ਫੈਸਲਾ ਕੀਤਾ ਕਿ ਆਪਾਂ ਸਾਰੇ ਤਖੜੇ ਹੋ ਕੇ ਆਪਾਂ ਟਿਕਟ ਦੀ ਆਪਦੀ ਦਾਅਵੇਦਾਰੀ ਜਤਾਈਏ। ਆਪਣਾ ਰਾਈਟ ਬਣਦਾ, ਆਪਣਾ ਹੱਕ ਬਣਦਾ। ਪਿਛਲੇ 12ਵੇਂ ਮਹੀਨੇ ਦੀ ਇੱਕ ਰਿਜ਼ਰਵਰ ਇੱਥੇ ਆਏ ਸੀ, ਉਦੋਂ ਅਸੀਂ ਥੋੜ੍ਹੇ ਜਿਹੇ ਬੰਦਿਆਂ ਨੂੰ ਸੁਨੇਹਾ ਲਾਇਆ ਸੀ। ਉਦੋਂ ਵੀ ਬਹੁਤ ਵੱਡਾ ਇਕੱਠ ਹੋਇਆ ਸੀਗਾ, ਜਿਸ ਵਿੱਚ ਔਰ ਦ੍ਰਿੜਤਾ ਔਰ ਦਲੇਰੀ ਨਾਲ, ਬੜੇ ਜੋਸ਼ ਨਾਲ ਸਾਰੇ ਵਰਕਰਾਂ ਨੇ ਰਿਜ਼ਰਵਰਾਂ ਕੋਲੇ ਔਰ ਹਾਈ ਕਮਾਂਡ ਤੱਕ ਮੰਗ ਕੀਤੀ ਸੀ ਕਿ ਭੋਲਾ ਸਿੰਘ ਬਰਾੜ ਨੂੰ ਟਿਕਟ ਦਿੱਤੀ ਜਾਵੇ। ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਲੀਡਰ ਰਹਿ ਗਏ ਸੀ ਉਸ ਮੀਟਿੰਗ ਦੇ ਵਿੱਚ ਆਉਣ ਕਰਨੀਓ। ਉਹਨਾਂ ਨੇ
ਇਕੱਠੇ ਹੋ ਕੇ ਫਿਰ ਅਸੀਂ 3-4 ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੇ ਵਿੱਚ ਸਾਰਿਆਂ ਨੇ ਫੈਸਲਾ ਕੀਤਾ ਕਿ ਇੱਕ ਆਪਾਂ ਇਕੱਠ ਕਰੀਏ। ਅਸੀਂ ਸਾਰਿਆਂ ਨੇ ਜਿੰਨੇ ਵੀ ਤਮਾਮ ਬਾਘੇ ਪੁਰਾਣੇ ਹਲਕੇ ਦੇ ਟਕਸਾਲੀ ਕਾਂਗਰਸੀ ਸੀਗੇ ਔਰ ਜਿੰਨੀ ਵੀ ਕਾਂਗਰਸ ਦੀ ਕਰੀਮ ਸੀ, ਪਿਛਲੀ 30 ਤਰੀਕ ਨੂੰ ਇੱਕ ਤੁਸੀਂ ਵੇਖਿਆ ਸਾਰਿਆਂ ਨੇ ਬਹੁਤ ਵੱਡਾ ਸਮਾਧ ਭਾਈ ਵਿੱਚ ਇੱਕ ਇਤਿਹਾਸਕ ਇਕੱਠ ਹੋਇਆ, ਜਿਸ ਵਿੱਚ ਬੜਾ ਵਰਕਰਾਂ 'ਚ ਜੋਸ਼ ਸੀ ਔਰ ਸਾਰਿਆਂ ਨੇ ਹਾਈ ਕਮਾਂਡ ਦੇ ਕੰਨਾਂ ਤੱਕ, ਚੰਡੀਗੜ੍ਹ ਤੱਕ, ਦਿੱਲੀ ਤੱਕ ਇਹ ਗੱਲ ਪਹੁੰਚਾਈ ਆ ਕਿ ਇੱਕੋ ਇੱਕ ਬੰਦਾ ਜਿਹੜਾ ਇਮਾਨਦਾਰੀ ਨਾਲ ਔਰ ਮਿਹਨਤ ਨਾਲ ਹਮੇਸ਼ਾ ਪਾਰਟੀ ਦੀਆਂ ਮੂਹਰਲੀਆਂ ਸਭਾ 'ਚ ਕੰਮ ਕੀਤਾ ਗਾ, ਅਤੇ ਉਹਨਾਂ ਨੇ ਸਾਰਿਆਂ ਨੇ ਦਾਸ ਦੀ ਖਾਤਰ ਟਿਕਟ ਦੀ ਮੰਗ ਕੀਤੀ ਆ। ਅਤੇ ਸਾਨੂੰ ਪਾਰਟੀ ਦੇ ਪੂਰਨ ਆਸ ਆ ਕਿ ਪਾਰਟੀ ਸਾਨੂੰ ਸਾਡੇ ਜੋ ਸਰਵੇ ਹੋਏ ਆ ਪਾਰਟੀ ਨੇ ਕੀਤੇ ਆ ਉਹਨਾਂ ਮੁਤਾਬਕ, ਲੋਕਾਂ ਦੀ ਡਿਮਾਂਡ ਮੁਤਾਬਕ ਪਾਰਟੀ ਸਾਨੂੰ ਜ਼ਰੂਰ ਟਿਕਟ ਦੇਊਗੀ। ਜੇਕਰ ਪਾਰਟੀ ਸਾਡੇ 'ਤੇ ਵਿਸ਼ਵਾਸ ਕਰਕੇ ਸਾਨੂੰ ਟਿਕਟ ਦਿੰਦੀ ਆ ਅਤੇ ਅਸੀਂ ਕਾਂਗਰਸ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅਤੇ ਹਮੇਸ਼ਾ ਕਾਂਗਰਸ ਦੀ ਪਾਰਟੀ ਪਰ ਬਿਹਤਰੀ ਜੇ ਗੱਲ ਕੀਤੀ ਜਾਵੇ, ਪਿਛਲੇ ਦਿਨੀ ਬਾਘਾ ਪੁਰਾਣਾ ਦੇ ਵਿੱਚ ਇੱਕ ਰੈਲੀ ਹੁੰਦੀ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਪੰਜਾਬ ਨਵਜੋਤ ਸਿੰਘ ਸਿੱਧੂ ਥਾਪੜਾ ਦੇ ਕੇ ਗਏ ਜਿਹੜਾ ਵਿਧਾਇਕ ਸਾਹਿਬ ਨੂੰ। ਉਹਨਾਂ ਨੇ ਕਿਹਾ ਕਿ ਜੀ ਵਿਧਾਇਕ ਸਾਹਿਬ ਨੂੰ ਤੁਸੀਂ MLA ਬਣਾਉਣਾ ਹੈ। ਜਿਹੜੀ ਉਹਨਾਂ ਦੀ ਵਰਡਿੰਗ ਲੱਗ ਰਹੀ ਸੀ ਉਸ ਤੋਂ ਤਾਂ ਇਹ ਲੱਗਦਾ ਸੀ ਕਿ ਜਿਹੜੀ ਟਿਕਟ ਹੈ ਵਿਧਾਇਕ ਸਾਹਿਬ ਨੂੰ ਹੀ ਮਿਲਣ ਜਾ ਰਹੀ ਹੈ, ਜਾਂ ਹੁਣ ਉਹਨਾਂ ਦੇ ਬੇਟੇ ਨੂੰ ਕਾਂਗਰਸ ਪ੍ਰਧਾਨ ਲਗਾਇਆ ਗਿਆ, ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ। ਤਾਂ ਇਸ ਤੋਂ ਤੁਹਾਡੀ ਜਿਹੜੀ ਕਿਤੇ ਇਹ ਤਾਂ ਨਹੀਂ ਵੀ ਤੁਹਾਡੀ ਟਿਕਟ 'ਤੇ ਜਿਹੜਾ ਇਹ ਪਰਛਾਵਾਂ ਕਿਤੇ ਉਸ ਰੈਲੀ ਦਾ ਪਰਛਾਵਾਂ ਨਾ ਪੈ ਜਾਵੇ? ਦੇਖੋ, ਐਸੀ ਥਾਪੜੇ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਰਾੜ ਸਾਹਿਬ ਇਸ ਹਲਕੇ ਦੇ MLA ਆ, ਉਹਨਾਂ ਨੇ ਰੈਲੀ ਕਰਾਈ ਆ ਔਰ ਜੋ ਵੀ ਲੀਡਰ ਉਸ ਰੈਲੀ 'ਤੇ, ਜਦੋਂ ਕੋਈ ਵੀ ਲੀਡਰ ਰੈਲੀ ਕਰਾਉਂਦਾ ਗਾ, ਉਹਦਾ ਥੋੜ੍ਹਾ ਬਹੁਤਾ ਉਹਦੇ ਹੱਕ ਦੇ ਵਿੱਚ ਹਰ ਇੱਕ ਲੀਡਰ ਨੂੰ ਬੋਲਣਾ ਪੈਂਦਾ ਗਾ। ਐਸੀ ਥਾਪੜੇ ਵਾਲੀ ਗੱਲ ਨਹੀਂ, ਕਿਉਂਕਿ ਅਜੇ ਸਾਡੀ ਹਾਈ ਕਮਾਂਡ ਨੇ ਪੂਰੇ ਪੰਜਾਬ ਦੇ ਵਿੱਚ 117 ਦੀਆਂ 17 ਸੀਟਾਂ 'ਚੋਂ ਕੋਈ ਵੀ ਸੀਟ ਟਿਕਟ ਵਾਲੀ ਕਲੀਅਰ ਨਹੀਂ ਕੀਤੀ ਗਈ ਔਰ ਜੋ ਟਿਕਟਾਂ ਮਿਲਦੀਆਂ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ, ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ, ਜੋ ਉਹਨਾਂ ਦੀ ਅਧਿਕੀ ਰਾਏ ਆ, ਜੋ ਹਾਈ ਕਮਾਂਡ ਦੀ ਮਨਸ਼ਾ, ਉਹ ਲੋਕਾਂ ਦੇ ਰਾਏ ਮੁਤਾਬਕ, ਲੋਕਾਂ ਦੀ ਡਿਮਾਂਡ ਮੁਤਾਬਕ ਹੀ ਟਿਕਟਾਂ ਮਿਲਦੀਆਂ ਨੇ ਔਰ ਸਰਵਿਆਂ ਮੁਤਾਬਕ ਹੀ ਟਿਕਟਾਂ ਮਿਲਦੀਆਂ। ਸਾਨੂੰ ਪੂਰਨ ਆਸ ਆ ਕਿ ਸਰਵਿਆਂ ਮੁਤਾਬਕ ਅਸੀਂ ਪਾਰਟੀ ਤੋਂ ਮੰਗ ਕਰਦੇ ਹਾਂ ਵੀ ਸਰਵੇ ਮੁਤਾਬਕ ਸਾਡੇ ਲੋਕਲ ਨੂੰ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਵੇ ਅਤੇ ਉਹਦੇ ਮੁਤਾਬਕ ਸਾਡੀ ਹਾਈ ਕਮਾਂਡ ਪੂਰੀ ਖਰੀ ਉਤਰੂਗੀ ਅਤੇ ਸਰਵੇ ਮੁਤਾਬਕ ਹੀ ਟਿਕਟ ਦਿੱਤੀ ਜਾਊ। ਪਰ ਜੇ ਟਿਕਟ ਮਿਲ ਵੀ ਜਾਂਦੀ ਹੈ, ਜਿਹੜਾ 5 ਸਾਲ ਦੀ ਕਾਰਗੁਜ਼ਾਰੀ ਹੈ ਵਿਧਾਇਕ ਸਾਹਿਬ ਦੇ ਦਰਸ਼ਨ ਸਿੰਘ ਬਰਾੜ ਹੋਰਾਂ ਦੀ, ਜਿਹੜੀ 5 ਸਾਲ ਦੀ ਕਾਰਗੁਜ਼ਾਰੀ ਹੈ, ਉਹਨੂੰ ਤੁਸੀਂ ਕਿਸ ਰੂਪ ਦੇ ਵਿੱਚ ਦੇਖਦੇ ਹੋ ਕਿ ਇੱਕ ਕਾਂਗਰਸੀ ਵਿਧਾਇਕ ਵਜੋਂ ਉਹਨਾਂ ਨੇ ਜਿਹੜੀਆਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ ਹੈ? ਕੀ ਕਹਿਣਾ ਚਾਹੁੰਦੇ ਹੋ? ਵੇਖੋ ਢਿੱਲੋਂ ਸਾਹਿਬ, ਜਿਹੜੀ ਕਾਰਗੁਜ਼ਾਰੀ ਦਾ ਸਵਾਲ ਆ, ਇਹ ਤਾਂ ਲੋਕ ਦੱਸ ਸਕਦੇ ਆ, ਹਲਕੇ ਦੇ ਵੋਟਰ ਦੱਸ ਸਕਦੇ ਆ, ਹਲਕੇ ਦੇ ਲੋਕ ਦੱਸ ਸਕਦੇ ਆ। ਤੁਸੀਂ ਸਾਡੇ ਅੱਜ ਹਲਕੇ 'ਚ ਆਏ ਹੋ, ਮੈਂ ਤੁਹਾਨੂੰ ਇਹ ਬੇਨਤੀ ਕਰਾਂ ਕਿ ਤੁਸੀਂ ਹਲਕੇ ਜਾਓ, ਲੋਕਾਂ ਦੀਆਂ ਭਾਵਨਾਵਾਂ ਨੂੰ ਫਰੋਲੋ, ਲੋਕ ਦੱਸਣਗੇ। ਜੇਕਰ ਐਡਾ ਇੱਕ ਆਮ ਬੰਦਾ, ਮੈਂ ਇੱਕ ਆਮ ਪਾਰਟੀ ਦਾ ਵਰਕਰ ਆ, ਜੇ ਸਾਡੇ ਛੋਟੇ ਜਿਹੇ ਸੱਦੇ ਪੱਤਰ 'ਤੇ ਐਡਾ ਵੱਡਾ ਇਕੱਠ ਹੋ ਜਾਂਦਾ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਮੈਨੂੰ ਤਾਂ ਕਹਿਣ ਦੀ ਕੁਛ ਲੋੜ ਨਹੀਂ। ਪਰ ਜੇਕਰ ਤੁਹਾਨੂੰ ਇਹ ਟਿਕਟ ਖੁਦਾ ਨਾ ਖਾਸਤਾ ਜੇ ਤੁਹਾਨੂੰ ਨਹੀਂ ਮਿਲਦੀ ਤਾਂ ਤੁਹਾਡਾ ਕੀ ਫੈਸਲਾ ਹੋਊਗਾ? ਕੀ ਤੁਸੀਂ ਦਰਸ਼ਨ ਸਿੰਘ ਬਰਾੜ ਹੋਰਾਂ ਦੇ ਖਿਲਾਫ ਜਿਹੜਾ ਆਜ਼ਾਦ ਤੌਰ 'ਤੇ ਚੋਣ ਲੜੋਗੇ? ਵੇਖੋ, ਸਾਨੂੰ ਪਾਰਟੀ ਤੇ ਸਾਡੀ ਹਾਈ ਕਮਾਂਡ 'ਤੇ ਪੂਰਨ ਆਸ ਆ ਕਿ ਉਹ ਲੋਕਾਂ ਦੇ ਮੁਤਾਬਕ ਸਾਨੂੰ ਟਿਕਟ ਜ਼ਰੂਰ ਮਿਲੂਗੀ। ਗਾਂ ਹਾਈ ਕਮਾਂਡ ਦਾ ਹੁਕਮ ਆ, ਜੇ ਹਾਈ ਕਮਾਂਡ ਨਹੀਂ ਦਿੰਦੀ ਫਿਰ ਸਾਡੇ ਹਲਕੇ ਦੇ ਜੋ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰ ਆ, ਸਾਡੇ ਆਗੂ ਸਾਹਿਬਾਨ ਆ ਔਰ ਸਮੁੱਚੀ ਜਨਤਾ ਦਾ, ਸਮੁੱਚੀ ਸੰਗਤ ਦਾ ਜੋ ਫੈਸਲਾ ਹੋਇਆ ਉਹ ਸਿਰ ਮੱਥੇ ਪ੍ਰਵਾਨ ਕਰਾਂਗੇ। ਬਰਾੜ ਸਾਹਿਬ, ਜੇ ਪੰਜਾਬ ਦੇ ਸਿਨੈਰੀਓ ਦੀ ਗੱਲ ਕੀਤੀ ਜਾਵੇ, ਜੋ ਅੱਜ ਦੇ ਹਾਲਾਤ ਨੇ, ਪਿਛਲੇ ਦਿਨੀ ਭਾਜਪਾ ਦੀ ਇੱਕ ਰੈਲੀ ਹੋਣੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਵਾਪਸ ਉਹਨਾਂ ਨੂੰ ਮੁੜਨਾ ਪਿਆ, ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਕੀਤੀ ਗਈ ਹੈ ਔਰ ਵੱਡੇ ਦੋਸ਼ ਜਿਹੜੇ ਭਾਜਪਾ ਨੇਤਾਵਾਂ ਵੱਲੋਂ ਲਗਾਏ ਜਾ ਰਹੇ ਹੈ ਕਾਂਗਰਸ ਸਰਕਾਰ ਦੇ ਉੱਪਰ। ਤੁਸੀਂ ਇੱਕ ਕਾਂਗਰਸ ਆਗੂ ਹੋਣ ਦੇ ਨਾਤੇ ਇਸ ਸਿਨੈਰੀਓ ਨੂੰ ਕਿਸ ਰੂਪ ਦੇ ਵਿੱਚ ਦੇਖਦੇ ਹੋ? ਤੇ ਇੱਕ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਸੀ, ਇੱਕ ਉਹਨਾਂ ਨੇ ਜਾ ਕੇ ਜਿਹੜਾ ਬਿਆਨ ਦਿੱਤਾ ਬਠਿੰਡਾ ਏਅਰਪੋਰਟ ਜਿਹੜੀਆਂ ਅਥਾਰਟੀਜ਼ ਨੂੰ ਜਿਹੜਾ ਕਿਹਾ, ਉਹਨਾਂ ਨੇ ਕਿਹਾ ਕਿ ਆਪਣੇ CM ਦਾ ਧੰਨਵਾਦ ਕਰਨਾ, ਮੈਂ ਫਿਰੋਜ਼ਪੁਰ ਤੋਂ ਜਿਹੜਾ ਜਿਉਂਦਾ ਵਾਪਸ ਲੌਟ ਆਇਆ। ਇਹਦੇ ਮਾਇਨੇ ਇਹ ਕੱਢੇ ਜਾ ਰਹੇ ਆ ਕਿ ਕੀ ਪੰਜਾਬ ਨੂੰ ਇੱਕ ਅਸ਼ਾਂਤ ਸੂਬਾ ਐਲਾਨਣ ਦੀ ਤਿਆਰੀ ਹੋ ਰਹੀ ਹੈ? ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਸਥਿਤੀ ਹੁਣ ਕਿਹੋ ਜਿਹੀ ਹੈ? ਵੇਖੋ ਭਾਈ ਸਾਹਿਬ, ਢਿੱਲੋਂ ਸਾਹਿਬ, ਐਸੀ ਕੋਈ ਗੱਲ ਨਹੀਂ ਸੀਗੀ, ਕਿਉਂਕਿ ਪਿਛਲੇ 1.5 ਸਾਲ ਤੋਂ ਲੈ ਕੇ ਜਿਹੜੇ ਸਾਡੇ ਕਿਸਾਨ ਭਰਾ, ਉਹਨਾਂ ਨੇ ਦਿੱਲੀ ਦੀਆਂ ਬਰੂਹਾਂ 'ਤੇ
ਜੋ ਇੱਕ ਧਰਨਾ ਲਾਇਆ, ਜੋ ਉਹਨਾਂ ਨੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ, ਜਿਸ ਤਰ੍ਹਾਂ ਹੁਣ ਬਾਰਿਸ਼ ਹੋ ਰਹੀ ਆ, ਪਿਛਲੇ ਸਾਲ ਵੀ ਇਸੇ ਤਰ੍ਹਾਂ ਬਾਰਿਸ਼ ਹੁੰਦੀ ਸੀ, ਜਦੋਂ ਉਹਨਾਂ ਦੇ ਤੰਬੂ ਉੱਡ ਜਾਂਦੇ ਸੀ, ਜਿਸ ਤਰ੍ਹਾਂ ਉਹਨਾਂ ਨੇ ਰਾਤਾਂ ਗੁਜ਼ਾਰੀਆਂ ਨੇ। ਔਰ ਸਾਉਣ ਭਾਦੋ ਦੇ ਮਹੀਨੇ ਬੜੀ ਬਾਰਿਸ਼ ਹੋਈ, ਤੰਬੂ ਉਹਨਾਂ ਦੇ ਰੁੜ ਗਏ। ਤੁਸੀਂ ਸਾਰਾ ਕੁਝ ਤੁਹਾਡੇ ਚੈਨਲਾਂ ਨੇ ਵਿਖਾਇਆ ਗਾ। ਇੱਕ ਉਹਨਾਂ ਦੇ ਮਨ ਦੇ ਵਿੱਚ ਭਾਵੇਂ ਕਾਨੂੰਨ ਮੋਦੀ ਸਾਹਿਬ ਨੇ ਵਾਪਸ ਲੈ ਲਿਆ, ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਗੁੱਸਾ। ਇਸ ਕਰਕੇ ਮੋਦੀ ਸਾਹਿਬ ਪੰਜਾਬ ਆਏ ਆ, ਸਾਡੀ ਕਾਂਗਰਸ ਪਾਰਟੀ ਉਹਨਾਂ ਨੂੰ ਵੈਲਕਮ ਜੀ ਆਇਆਂ ਕਿਹਾ ਗਾ। ਪਰ ਜਦੋਂ ਮੋਦੀ ਸਾਹਿਬ ਬਠਿੰਡਾ ਏਅਰਪੋਰਟ ਤੋਂ ਦਿੱਲੀ ਨੂੰ ਬਾਏ ਰੋਡ ਰਵਾਨਾ ਹੋਏ ਆ, ਕਿਉਂਕਿ ਉਹਨਾਂ ਦੀ ਰੈਲੀ ਵਿੱਚ ਇਕੱਠ ਨਹੀਂ ਹੋਇਆ। ਤੁਸੀਂ, ਤੁਹਾਡੇ ਸਾਰੇ ਮੀਡੀਆ ਨੇ, ਤੁਹਾਡੇ ਸਾਰੇ ਚੈਨਲ ਵਾਲਿਆਂ ਨੇ ਖਾਲੀ ਕੁਰਸੀਆਂ ਵਿਖਾਈਆਂ ਨੇ। ਉਹ ਤਾਂ ਇੱਕ ਬੀਜੇਪੀ ਨੇ ਇੱਕ ਬਹਾਨਾ ਬਣਾਇਆ ਗਾ, ਕਿਉਂਕਿ ਕੋਈ 10-15 ਬੰਦੇ, ਕੋਈ 5-4 ਮਿੰਟ ਕੋਈ ਰੁਕਾਵਟ ਪਈ ਆ, ਕੋਈ ਐਸੀ ਗੱਲ ਨਹੀਂ ਸੀ। ਉਹਦੀ ਪ੍ਰਸ਼ਾਸਨ ਨੇ, ਪੁਲਿਸ ਨੇ ਬੜੀ ਮੁਤਾਦੀ ਨਾਲ ਉਸ ਜਿਹੜੀ 10-15 ਬੰਦਿਆਂ ਨੂੰ ਉਹਨਾਂ ਨੂੰ ਰੋਡ ਤੋਂ ਪਾਸੇ ਕਰਤਾ ਸੀਗਾ, ਕਿਉਂਕਿ ਉਹਨਾਂ ਨੇ ਤਾਂ ਇੱਕ ਬਹਾਨਾ ਬਣਾਇਆ ਇਕੱਠ ਨਾ ਹੋਣ ਕਰਕੇ। ਉਹਨਾਂ ਨੇ ਬਹਾਨਾ ਬਣਾਇਆ। ਐਸੀ ਕੋਈ ਗੱਲ ਨਹੀਂ। ਸਾਡੇ ਪ੍ਰਧਾਨ ਜੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਚਲਾ ਰਹੇ ਆ, ਔਰ ਕਿਸੇ ਤਰ੍ਹਾਂ ਦੀ ਵੀ ਕੋਈ ਸੂਬੇ ਨੂੰ ਆਂਚ ਨਹੀਂ ਆਉਣ ਦੇਣਗੇ। ਉਹ ਤਾਂ ਕਿਉਂਕਿ ਉਹਨਾਂ ਦੀਆਂ ਬਿਲਕੁਲ ਬੇਬੁਨਿਆਦ ਗੱਲਾਂ ਨੇ, ਫਲਾਈਆਂ ਨੇ, ਕੋਈ ਐਸੀ ਗੱਲ ਨਹੀਂ ਸੀ। ਭਾਜਪਾ ਦੇ ਵਿੱਚ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਗਟਰਾ ਸ਼ਾਮਲ ਹੁੰਦੇ ਆ ਭਾਜਪਾ ਦੇ ਵਿੱਚ, ਦਿੱਲੀ ਜਾ ਕੇ ਸ਼ਮੂਲੀਅਤ ਹੁੰਦੀ ਹੈ, ਤੇ ਉਹਨਾਂ ਨੂੰ ਬਾਘਾ ਪੁਰਾਣਾ ਤੋਂ ਬੀਜੇਪੀ ਦਾ ਮੰਨਿਆ ਜਾ ਰਿਹਾ ਕਿ ਲਗਭਗ ਉਹਨਾਂ ਦੀ ਟਿਕਟ ਮਿਲਣੀ ਤੈਅ ਆ। ਜੇ ਇੱਥੋਂ ਤੁਸੀਂ ਵੀ ਚੋਣ ਲੜਦੇ ਆ, ਤੁਹਾਡੇ ਖਿਲਾਫ ਉਹ ਵੀ ਚੋਣ ਲੜਨਗੇ ਭਾਜਪਾ ਤੋਂ। ਉਹਨਾਂ ਦਾ ਇੱਥੇ ਆਉਣ ਦਾ ਤੁਹਾਨੂੰ ਕੀ ਲੱਗਦਾ ਕਿ ਹਲਕੇ ਦੇ ਵੋਟਰਾਂ 'ਤੇ ਕੀ ਅਸਰ ਪਊਗਾ? ਵੇਖੋ, ਜਿਹੜਾ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਗਾ, ਕਿਉਂਕਿ ਜਿਹੜੇ ਪੇਂਡੂ ਸੀਟਾਂ 'ਤੇ ਬਿਲਕੁਲ ਬੀਜੇਪੀ ਦੇ ਲੀਡਰਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ, ਉਹਨਾਂ ਦਾ ਥਾਂ ਥਾਂ 'ਤੇ ਵਿਰੋਧ ਹੋ ਰਿਹਾ। ਬੀਜੇਪੀ ਦਾ ਕੋਈ ਆ ਜਾਵੇ, ਇਹਦੇ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਸੋ ਆਪਾਂ ਜੇ ਜਾਂਦੇ ਜਾਂਦੇ ਗੱਲ ਹਲਕੇ ਬਾਘੇ ਪੁਰਾਣੇ ਦੀ ਕੋਈ ਕਰੀਏ, ਕਿ ਬਾਘੇ ਪੁਰਾਣੇ ਦੀ ਵਿੱਚ ਜੇਕਰ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਆ, ਤੁਸੀਂ ਇੱਥੋਂ ਵਿਧਾਇਕ ਚੁਣੇ ਜਾਂਦੇ ਹੋ, ਤਾਂ ਹਲਕੇ ਦੇ ਉਹ ਕਿਹੜੇ ਕੰਮ ਹੈ ਜਿਹੜੇ ਤੁਸੀਂ ਪਹਿਲ ਦੇ ਆਧਾਰ 'ਤੇ, ਕਹਿਣ ਦਾ ਭਾਵ ਕਿ ਲੋਕ ਤੁਹਾਨੂੰ ਵੋਟ ਕਿਉਂ ਪਾਉਣ, ਕੀ ਕਰੋਗੇ ਲੋਕਾਂ ਲਈ? ਕਿਉਂਕਿ ਵਾਅਦੇ ਬਹੁਤ ਕਰਦੇ ਆ ਨੇਤਾ, ਪਰ ਬਣ ਜਾਣ ਤੋਂ ਬਾਅਦ ਕਿਤੇ ਇਹ ਨਾ ਹੋਵੇ ਕਿ ਬਰਾੜ ਸਾਹਿਬ ਨੂੰ ਫਿਰ ਉਹੀ ਆਮ ਨੇਤਾਵਾਂ ਦੀ ਤਰ੍ਹਾਂ ਬਰਾੜ ਸਾਹਿਬ ਵੀ ਲੱਭਣਾ ਹੀ ਔਖੇ ਹੋ ਜਾਣ, ਤੇ ਬਰਾੜ ਸਾਹਿਬ ਦਾ ਡੇਰਾ ਚੰਡੀਗੜ੍ਹ ਹੀ ਰਵੇ। ਅਸਲੀਅਤ ਕੀ ਹੋਊਗੀ ਕਿ ਜਿੱਤਣ ਤੋਂ ਬਾਅਦ ਕਿਹੜੇ ਤੁਹਾਡਾ ਕੰਮ ਪਹਿਲ ਦੇ ਆਧਾਰ 'ਤੇ ਹਲਕੇ ਲਈ ਕਰੋਗੇ, ਤੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਵੇਖੋ ਢਿੱਲੋਂ ਸਾਹਿਬ, ਜਿੱਥੋਂ ਤੱਕ ਮੇਰਾ ਆਪਦੀ ਜ਼ਿੰਦਗੀ ਦਾ ਤਾਲੁਕਾਤ ਆ ਜਾਂ ਪਾਰਟੀ ਨਾਲ ਮੇਰਾ ਸੰਬੰਧ ਆ, ਮੈਂ ਤਕਰੀਬਨ 17-18 ਸਾਲ ਤੋਂ ਦੀ ਉਮਰ ਦਾ ਸੀ ਜਦੋਂ ਗਰਾਊਂਡ ਲੈਵਲ 'ਤੇ ਪਾਰਟੀ ਦੀ ਸੇਵਾ ਕਰਦਾ ਰਿਹਾ। ਕਿਉਂਕਿ ਅਸੀਂ ਕੁਰਸੀਆਂ ਵੀ ਡਾਹੀਆਂ, ਅਸੀਂ ਦਰੀਆਂ ਵੀ ਵਿਛਾਈਆਂ, ਅਸੀਂ ਛੋਟੀਆਂ ਮੀਟਿੰਗਾਂ ਵੀ ਕੀਤੀਆਂ, ਧਰਨੇ ਵੀ ਲਾਏ ਆ, ਮੁਜ਼ਾਹਰੇ ਵੀ ਕੀਤੇ ਆ। ਸਾਨੂੰ ਗਰਾਊਂਡ ਲੈਵਲ 'ਤੇ ਪਤਾ ਵੀ ਸਾਡੇ ਲੋਕਾਂ ਦੀ ਕੀ ਦੁੱਖ ਤਕਲੀਫ ਆ, ਕੀ ਸਮੱਸਿਆ, ਕਿਸ ਤਰ੍ਹਾਂ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈਂਦਾ। ਸਭ ਤੋਂ ਪਹਿਲਾ ਏਜੰਡਾ ਸਾਡਾ ਇਹ ਹੋਊਗਾ ਜੋ ਕਿ ਕਰਪਸ਼ਨ, ਭ੍ਰਿਸ਼ਟਾਚਾਰ ਦਾ ਬੋਲਬਾਲਾ। ਅਸੀਂ ਕਰਪਸ਼ਨ ਨੂੰ ਖਤਮ ਕਰਕੇ, ਭ੍ਰਿਸ਼ਟਾਚਾਰ ਨੂੰ ਖਤਮ ਕਰਕੇ, ਜਿਹੜੇ ਔਨ ਮੈਟ ਜੈਨੂਅਨ ਕੰਮ ਆ ਉਹ ਪਹਿਲ ਦੇ ਆਧਾਰ 'ਤੇ ਹੋਣ। ਕਿਸੇ ਵੀ ਆਦਮੀ ਨੂੰ ਕਿਸੇ ਵੀ ਦਫ਼ਤਰ ਜਾ ਕੇ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਔਨ ਮੈਟ ਉਹਨਾਂ ਦਾ ਜਾਣ ਸਾਰ ਉਹਨਾਂ ਦਾ ਕੰਮ ਹੋਣਾ ਚਾਹੀਦਾ ਗਾ। ਔਰ ਜੋ ਹਲਕੇ ਦੀ ਡਿਵੈਲਪਮੈਂਟ ਆ, ਜੋ ਲੋਕਾਂ ਦੀਆਂ ਦੁੱਖ ਤਕਲੀਫਾਂ, ਸਮੱਸਿਆ, ਕਿਉਂਕਿ ਅਸੀਂ ਹਮੇਸ਼ਾ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕ ਆ, ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਆ, ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਦੁੱਖ ਤਕਲੀਫਾਂ, ਸਮੱਸਿਆ, ਜੋ ਪਿੰਡਾਂ ਦੀਆਂ ਸਮੱਸਿਆ ਜਾਂ ਉਹ ਸਰਕਾਰੀ ਸਕੂਲਾਂ ਦੀਆਂ ਸਮੱਸਿਆ ਜਾਂ ਹਸਪਤਾਲਾਂ ਦੀਆਂ ਸਮੱਸਿਆ, ਜਿਸ ਤਰ੍ਹਾਂ ਦੀ, ਜਾਂ ਰੁਜ਼ਗਾਰ ਦੇ ਸਾਧਨ ਕਿਸ ਤਰ੍ਹਾਂ, ਅਸੀਂ ਉਸ ਤਰ੍ਹਾਂ ਲੋਕਾਂ ਦੀਆਂ ਆਸਾਂ ਔਰ ਉਮੀਦਾਂ ਦੇ ਪੂਰੇ ਖਰੇ ਉਤਰ ਕੇ ਹਮੇਸ਼ਾ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਾਂਗੇ। ਸਾਨੂੰ ਲੋਕਾਂ ਨੂੰ ਮੇਰੇ 'ਤੇ ਪੂਰਨ ਵਿਸ਼ਵਾਸ ਆ ਕਿ ਕਿਉਂਕਿ ਬਿਨਾਂ ਕਿਸੇ ਪਾਵਰ ਤੋਂ, ਬਿਨਾਂ ਕਿਸੇ ਅਹੁਦੇ ਤੋਂ, ਬਿਨਾਂ ਕਿਸੇ ਤਾਕਤ ਤੋਂ ਅਸੀਂ 25-30 ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ। ਜੇਕਰ ਬਿਨਾਂ ਪਾਵਰ ਤੋਂ, ਬਿਨਾਂ ਕਿਸੇ ਅਹੁਦੇ ਤੋਂ, ਬਿਨਾਂ ਕਿਸੇ ਤਾਕਤ ਤੋਂ ਅਸੀਂ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰ ਸਕਦੇ ਹਾਂ, ਜੇਕਰ ਪਰਮਾਤਮਾ ਉਸ ਵਾਹਿਗੁਰੂ ਅਕਾਲ ਪੁਰਖ ਹਲਕੇ ਦੀ ਸੰਗਤ ਸਾਨੂੰ ਤਾਕਤ ਬਖਸ਼ਦੀ ਆ, ਤੇ ਅਸੀਂ ਉਹਨਾਂ ਦੀਆਂ 100% ਉਮੀਦਾਂ ਔਰ ਆਸਾਂ 'ਤੇ ਪੂਰੇ ਖਰੇ ਉਤਰਾਂਗੇ। ਇਸ ਗੱਲ ਦਾ ਅਸੀਂ ਆਪਣੇ ਹਲਕੇ ਦੇ ਵੋਟਰਾਂ ਨੂੰ, ਲੋਕਾਂ ਨੂੰ ਵਿਸ਼ਵਾਸ ਦਿਵਾਉਣਾ। ਦੇਖਣਾ ਹੋਵੇਗਾ ਜੀ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀਆਂ ਦਾਅਵੇ ਹੈ, ਬਰਾੜ ਸਾਹਿਬ ਨੇ ਜਿਵੇਂ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਇਹਨਾਂ ਵਾਅਦਿਆਂ 'ਤੇ, ਦਾਅਵਿਆਂ 'ਤੇ ਕਿੰਨਾ ਕੁ ਯਕੀਨ ਕਰਦੇ ਆ। ਪਰ ਫਿਲਹਾਲ ਹੁਣ ਤੱਕ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਹਲਕਾ ਬਾਘਾ ਪੁਰਾਣਾ ਤੋਂ ਬਰਾੜ ਸਾਹਿਬ ਨੇ ਵੱਡਾ ਜਿਹੜੀ ਸਿਆਸੀ
ਧਮਾਕਾ ਕੀਤਾ ਹੈ ਔਰ ਲੋਕਾਂ ਦਾ ਇੱਕ ਵੱਡਾ ਇਕੱਠ ਕਰਕੇ ਇਹਨਾਂ ਨੇ ਜਿਹੜਾ ਦਾਅਵੇਦਾਰੀ ਕਾਂਗਰਸ ਦੀ ਠੋਕੀ ਹੈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਰੰਗ ਲਿਆਉਂਦੀ ਹੈ ਇੱਥੋਂ ਦੀ ਸਿਆਸੀ ਹਲਚਲ। ਸੋ ਫਿਲਹਾਲ ਬਰਾੜ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਚਾਹ ਦਾ ਕੱਪ ਵੀ ਆ ਗਿਆ ਜੀ। ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਸਾਡੀ ਗੱਲ ਪੂਰੇ ਲੋਕਾਂ ਦੇ ਵਿੱਚ ਪਹੁੰਚਾਈ ਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਕੈਮਰਾਮੈਨ ਹਰਵਿੰਦਰ ਦੇ ਨਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਵੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।